ਧੇਲਾ ਅੱਧੇ ਪੈਸੇ ਨੂੰ ਆਂਦੇ ਸਨ ਜੀ। ਪੌਲੀ ਚੌਥਾ ਹਿੱਸਾ ਜਿਹੜਾ ਪੈਸਾ ਸੀ ਉਹਨੂੰ ਆਂਦੇ ਸਨ। ਅੱਛਾ। ਜਿਹਨੂੰ ਪਾਈ ਵੀ ਆਂਦੇ ਸਨ। ਅਸੀਂ ਜਿਉਂ-ਜਿਉਂ ਪੈਸੇ ਨੂੰ ਬੇਕਦਰਿਆਂ ਕਰਨਾ ਸ਼ੁਰੂ ਕੀਤਾ ਜੀ। ਤੇ ਛੱਜ ਚ ਪਾ ਕੇ ਆਪਣੇ ਆਪ ਨੂੰ ਵੀ ਤੇ ਆਪਣੀ ਕਰੰਸੀ ਨੂੰ ਵੀ ਛੱਟ ਦਿੱਤਾ। ਵਾਹ ਯਾਰ ਕੋ ਪੈਸਾ ਧੇਲਾ ਕੋਲ ਹੈ ਹੀ। ਅੱਜ ਵੀ ਲੋਕੀ ਵਰਤਦੇ ਨੇ ਇਸ ਗੱਲ ਨੂੰ। ਧੇਲਾ ਤੁਹਾਨੂੰ ਕਿਤੇ ਨਹੀਂ ਦਿਸਦਾ, ਪਾਈ ਵੀ ਨਹੀਂ ਦਿਸਦੀ, ਲੇਕਿਨ ਇਹ ਮੁਹਾਵਰੇ ਦੇ ਵਿੱਚ ਅੱਜ ਵੀ ਵਰਤਿਆ ਜਾਂਦਾ। ਜਿਵੇਂ ਆਂਦੇ ਨੇ ਵੀ ਕੱਪੜੇ ਸਬੂਣੀ ਤੇ ਦਾਲ ਆ ਲੂਣੀ, ਨਾਈਆਂ ਦੇ ਘਰ ਗੰਜੀ ਤੇ ਕੁੱਦ ਤੋੜੇ ਮੰਜੀ। ਇਹ ਜਿਹੜੇ ਨੇ ਨਾ ਵਸੇਬ ਦੇ ਸਾਰੇ ਖੂਬਸੂਰਤ ਅੰਗ ਨੇ। ਇਹਦੇ 'ਚ ਕੋਈ ਛੋਟਾ ਵੱਡਾ ਹੋਣ ਦਾ ਗੱਲ ਨਹੀਂ। ਇਹ ਕਸਬ ਨੇ। ਹਾਂਜੀ, ਕਸਬ ਨੇ ਸਾਡੇ ਤੇ ਕਸਬੀ ਲੋਕ ਜਿਹੜੇ ਨੇ ਕਾਸਬੀ। ਤੇ ਅੱਲਾਹ ਤਾਲਾ ਵੀ ਕੁਰਾਨ ਪਾਕ ਜਾਂਦਾ ਅਲ ਕਾਸਿਬੁ ਹਬੀਬੁੱਲਾ, ਮੈਨੂੰ ਕਸਬ ਕਰਨ ਵਾਲੇ ਲੋਕ ਬੜੇ ਪਿਆਰੇ ਨੇ। ਸ਼ੁਰੂ ਤੋਂ ਲੱਗ ਕੇ ਸਾਨੂੰ ਮੰਗੇ ਲੀੜੇ ਪਾ ਕੇ ਤੇ ਪੁੱਠੇ ਕੋਟ ਦੇ ਬਟਨ ਪੈਂਟ ਨਾਲ ਮੇਲਣ ਦੀ ਗੇਜ ਪਈ ਹੋਈ ਹੈ। ਇਸ ਵਜ੍ਹਾ ਨਾਲ ਅਸੀਂ ਹਰ ਸ਼ੈ ਨੂੰ ਉਹਦਾ ਜਰਾ ਅੰਗਰੇਜ਼ੀ ਨਾਮਾ ਰੱਖ ਕੇ ਤੇ ਉਹ ਜਰਾ ਵੱਡੋ ਸਮਝਨੇ ਆਪਣੀ। ਆਪੇ ਹੀ ਮੈਂ ਰੱਜੀ ਪੁੱਜੀ, ਆਪੇ ਹੀ ਮੇਰੇ ਬੱਚੇ ਜੂਣ। ਘਰ ਕੈਂਠੇ ਵਾਲਾ ਆਇਆ ਨਿਮਾਏ ਤੇਰੇ ਕੰਮ ਨਾ ਮੁੱਕੇ। ਬੂਹੇ ਆਈ ਜੰਜ ਤੇ ਵਿਨੋ ਕੁੜੀ ਦੇ ਕੰਨ। ਹਾਂਜੀ। ਕੱਢ ਕਲੇਜਾ ਕੀਤਮ ਭੇਰੇ, ਸੋਭੀ ਲਾਇਕ ਨਹੀਂ ਤੇਰੇ। ਹੋਰ ਤੌਫੀਕ ਨਹੀਂ ਕੁਝ ਮੇਰੇ, ਪੀਓ ਕਟੋਰਾ ਪਾਣੀ ਦਾ। ਤੇ ਮਿੱਤਰਾਂ ਦੀ ਮਜਮਾਨੀ ਖਾਤਰ ਦਿਲ ਦਾ ਲੋਹੂ ਛਾਨੀ ਦਾ। ਤੇਰੀ ਮਾਂ ਬੋਲੀ ਏ ਬੀਬਾ, ਕੱਖਾਂ ਵਾਂਗ ਨਾ ਰੋਲ ਪੰਜਾਬੀ। ਪੜ੍ਹ ਪੰਜਾਬੀ, ਲਿਖ ਪੰਜਾਬੀ, ਗੈਰਤਮੰਦਾ ਬੋਲ ਪੰਜਾਬੀ। ਬਿਸਮਿल्लाह रहमान रहीम। शुरू खुदा दे नामों, जिस दा जोड़ जवाब न कोई, जिस दी रहमत बख्शिश वाला अंत हिसाब न कोई। प्यारे वेखण वालिओ, पंजाबी माँ बोली दे जुबानों अदब ते सकाफत दे फरोग ते चढ़ावे ते चढ़तल दे लई शुरू कीते जान वाले यूट्यूब चैनल मेला टीवी दे उत्ते ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਅਸੀਂ ਆਪਣੇ ਪਿਛਲੇ 2 ਵਲੌਗਸ ਜਿਹੜੇ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ, ਉਹਨਾਂ ਦਾ ਸਰਨਾਮਾ ਸਾਡੇ ਦੇਸ਼ ਪੰਜਾਬ ਦੇ ਅਖਾਣ ਸਨ। ਤੁਸਾਂ ਬੜਾ ਹੀ ਸਲਾਹਿਆ। ਤੁਸਾਂ ਆਪਣੀ ਮਾਂ ਬੋਲੀ ਦੇ ਜਿਹੜੇ ਮਾਣਯੋਗ ਅਖਾਣ ਸਨ ਉਹਨਾਂ ਦੇ ਉੱਤੇ ਬੜਾ ਹੀ ਮਾਣ ਕੀਤਾ ਤੇ ਬੜਾ ਹੀ ਪਿਆਰ ਤੇ ਮੁਹੱਬਤ ਦੇ ਚੜਾਵੇ ਸਾਡੇ ਸਿਰ ਚਾੜੇ ਆਪਣੇ ਕਮੈਂਟਸ ਰਾਹੀਂ। ਸਾਹਿਬੋ, ਸੱਚੀ ਗੱਲ ਤੇ ਇਹ ਵੇ ਕਿ ਅਸੀਂ ਜਿਹੜੇ ਨਿਉਂਦਰੇ ਪਿਆਰ ਦੇ ਤੁਸੀਂ ਪਾਉਂਦੇ ਹੋ ਉਹਨਾਂ ਦਾ ਲੈਣ ਨਹੀਂ ਲਾ ਸਕਦੇ। ਬਾਬਾ ਜੀ ਦੀਆਂ ਗੱਲਾਂ ਨੂੰ ਜਿਹੜੇ ਪਿਆਰ ਨਾਲ ਤੁਸੀਂ ਸੁਣਦੇ ਹੋ, ਜਿੰਨਾ ਐਨਕਰਜੀਅਸ ਪਰਤਾਵਾ ਦਿੰਦੇ ਹੋ, ਉਹ ਸਾਡੇ ਵਾਸਤੇ ਸੱਚੀ ਗੱਲ ਹੈ ਕਿ ਬੜਾ ਹੀ ਹੌਸਲਾ ਅਫਜ਼ਾਈ ਦਾ ਬਾਇਸ ਹੁੰਦਾ ਹੈ। ਬਹੁਤ ਸਾਰੇ ਤੁਸਾਂ ਨਵੇਂ ਅਖਾਣ ਭਿਜਵਾਏ ਕਿ ਬਾਬਾ ਜੀ ਤੋਂ ਇਹਨਾਂ ਦਾ ਵੀ ਤਰਜਮਾ ਪੁੱਛ ਕੇ ਦੱਸੋ। ਬਹੁਤ ਸਾਰੀਆਂ ਤੁਸਾਂ ਸੁਜੈਸ਼ਨਸ ਵੀ ਦਿੱਤੀਆਂ। ਜਿਵੇਂ ਇੱਕ ਸਾਡੇ ਬੜੇ ਹੀ ਮੁਹਤਰਮ ਵਿਓਰ ਜਿਹੜੇ ਨੇ ਰਿਫਤ ਅੰਜਮ ਹੋਰੀ, ਉਹਨਾਂ ਫਰਮਾਇਆ ਕਿ ਜਿਹੜੀ ਸਾਡੀ ਅਜੋਕੀ ਨਸਲ ਹੈ, ਅੱਜ ਕੱਲ੍ਹ ਦੇ ਸਾਡੇ ਮੁੰਡੇ ਕੁੜੀਆਂ, ਸਾਡੇ ਧੀਆਂ ਪੁੱਤਰ ਨੇ, ਉਹਨਾਂ ਨੂੰ ਇਹ ਅਖਾਣ ਯਾਦ ਕਰਵਾਉਣੇ ਸਾਨੂੰ ਚਾਹੀਦੇ ਨੇ। ਬੜੀ ਸੋਹਣੀ ਗੱਲ ਤੁਸਾਂ ਕੀਤੀ। ਗੁਜ਼ਾਰਿਸ਼ ਇਹ ਵੇ ਕਿ ਅਸੀਂ ਤੇ ਅਜਿਹੇ ਪ੍ਰੋਗਰਾਮ ਹੀ ਇਸ ਵਾਸਤੇ ਕਰਨੇ ਆ ਕਿ ਸਾਡੇ ਵੀਰ, ਸਾਡੇ ਹਮ ਉਮਰ ਭੈਣਾਂ ਭਰਾ, ਸਾਡੇ ਸੀਨੀਅਰ ਪੰਜਾਬੀ, ਪੰਜਾਬ ਵਾਸੀ, ਦੁਨੀਆ ਭਰ 'ਚ ਜਿੱਥੇ ਵੀ ਰਹਿੰਦੇ ਨੇ, ਜਾਂ ਅੱਗੋਂ ਸਾਡੇ ਧੀਆਂ ਪੁੱਤਰ ਜਿਨ੍ਹਾਂ ਦਾ ਤਾਲੁਕ ਪੰਜਾਬ ਨਾਲ ਹੈ, ਜਿਨ੍ਹਾਂ ਦੀ ਮਾਂ ਬੋਲੀ ਪੰਜਾਬੀ ਹੈ, ਉਹ ਪੰਜਾਬੀ ਬੋਲਣ, ਪੰਜਾਬੀ ਸਿੱਖਣ ਤੇ ਪੰਜਾਬੀ ਨਾਲ ਪਿਆਰ ਕਰਨ। ਬਾਬਾ ਜੀ ਅਹਿਸਾਨ ਬਾਜਵਾ ਤੋਂ ਵੱਡਾ ਕਿਹੜਾ ਪੰਜਾਬੀ ਦਾ ਸੇਵਕ ਹੈ। ਅਸੀਂ ਤੇ ਆ ਕੇ ਉਹਨਾਂ ਨੂੰ ਤੰਗ ਕਰਨੇ ਆ, ਉਹਨਾਂ ਕੋਲੋਂ ਗੱਲਾਂ ਬਾਤਾਂ ਪੁੱਛਾਨੇ ਆ, ਆਪੋ ਵੀ ਸਿੱਖਨੇ ਆ ਤੇ ਤੁਹਾਨੂੰ ਵੀ ਸਿਖਾਉਂਦੇ ਆ। ਤੁਸੀਂ ਆਪੋ ਵੀ ਅਲਹਮਦੁਲਿਲਾ ਜਾਣਦੇ ਹੋ ਵੀ ਸਾਡੀ ਬੋਲੀ ਦੁਨੀਆ ਦੀ ਕਿਸੇ ਵੀ ਬੋਲੀ ਦੇ ਮੁਕਾਬਲੇ ਤੇ ਕਿਸੇ ਪੱਖੋਂ ਘੱਟ ਨਹੀਂ।
ਪਿਆਰਿਓ ਆਪਣੇ ਕਮੈਂਟਸ ਰਾਹੀਂ, ਆਪਣੇ ਟੈਲੀਫੋਨਸ ਦੇ ਰਾਹੀਂ ਤੇ WhatsApp ਦੇ ਰਾਹੀਂ ਤੁਸੀਂ ਸਾਨੂੰ ਜਿਹੜੇ ਨਵੇਂ ਅਖਾਨ ਭਿਜਵਾਏ ਨੇ ਤੇ ਜਿਹੜੇ ਸਵਾਲਾਤ ਸਾਥੋਂ ਪੁੱਛੇ ਨੇ, ਬਾਬਾ ਜੀ ਅਹਿਸਾਨ ਬਾਜਵਾ ਤੋਂ ਪੁੱਛੇ ਨੇ, ਉਹ ਸਾਰਾ ਭੰਡਾਰ ਲੈ ਕੇ ਤੇ ਬਾਬਾ ਜੀ ਦੀ ਸੇਵਾ ਦੇ ਵਿੱਚ ਮੈਂ ਹਾਜ਼ਰ ਹੋ ਚੁੱਕਿਆ। ਆਓ ਬਾਬਾ ਜੀ ਦੇ ਨਾਲ ਗੱਲਬਾਤ ਦਾ ਮੁੱਢ ਬੰਨ੍ਹਨੇ ਆ। ਬਾਬਾ ਜੀ ਅਸਲਾਮ ਅਲੈਕਮ। ਜੀ ਵਾਲੇਕੁਮ ਸਲਾਮ, ਜੀ ਆਇਆਂ ਨੂੰ ਜੀ, ਸਤ ਬਿਸਮਿਲ੍ਲਾ ਜੀ ਆਇਆਂ ਨੂੰ। ਬੜੀ ਨਵਾਜ਼ਿਸ਼। ਅੱਛਾ ਹਜ਼ੂਰ, ਗੁਜ਼ਾਰਿਸ਼ ਇਹ ਵੇ ਕਿ ਸਭ ਤੋਂ ਪਹਿਲੇ ਤੇ ਤੁਹਾਨੂੰ ਅਸੀਂ ਮੁਬਾਰਕ ਦੇਣੀ ਹੈ ਜੀ ਜੀ, ਵੀ ਸਾਡੇ ਚੜ੍ਹਦੇ ਲਹਿੰਦੇ ਪੰਜਾਬ ਤੋਂ ਵੀ ਤੇ ਸਾਰੀ ਦੁਨੀਆ ਦੇ ਵਿੱਚ ਜਿਹੜੇ ਵਸਣ ਵਾਲੇ ਪੰਜਾਬੀ ਪਿਆਰੇ ਨੇ, ਪੰਜਾਬ ਵਾਸੀ ਨੇ, ਉਹਨਾਂ ਸਾਡਾ ਜਿਹੜਾ ਅਸੀਂ ਸਿਲਸਿਲਾ ਅਖਾਣਾਂ ਦਾ ਸ਼ੁਰੂ ਕੀਤਾ ਹੈ, ਹਾਂਜੀ, ਇਹਨੂੰ ਸਲਾਹਿਆ ਸਲਾਹਿਆ, ਹਾਂਜੀ। ਉਹਦੇ ਵਿੱਚ ਸਰ ਇਹ ਵੇ ਕਿ ਤੁਹਾਡੀਆਂ ਤੇ ਮਾਸ਼ਾਅੱਲਾ ਗੱਲਾਂ ਹੁੰਦੀਆਂ ਹੀ ਲੋਕ ਦਾਨਿਸ਼ ਦੇ ਨਾਲ ਪਰੁਚੀਆਂ ਹੋਈਆਂ ਹੁੰਦੀਆਂ ਨੇ। ਜੀ ਜੀ ਉੱਤੋਂ ਤੁਸੀਂ ਜਿਵੇਂ ਨਖੇੜ ਕੇ ਦੱਸਿਆ ਸਾਡੇ ਵਿਊਅਰਸ ਨੂੰ, ਜੀ ਜੀ, ਸਾਡੀ ਉਮਰ ਦੇ ਜਿਹੜੇ ਸਾਡੇ ਪੰਜਾਬੀ ਭੈਣਾਂ ਭਰਾ ਨੇ ਤੇ ਜਿਹੜੇ ਬਿਲਖਸੂਸ ਬੈਰੂਨ ਮੁਮਾਲਕ ਦੇ ਵਿੱਚ ਮੁਕੀਮ ਨੇ, ਜੀ ਜੀ ਜੀ, ਉਹਨਾਂ ਆਖਿਆ ਵੀ ਅਸਾਂ ਤੁਹਾਡੇ ਵਾਲਾ ਜਿਹੜਾ ਪ੍ਰੋਗਰਾਮ ਹੈ ਇਹਨੂੰ 3-4 ਵਾਰੀ ਆਪਣੇ ਬਾਲਾਂ ਨੂੰ ਵਿਖਾਇਆ ਹੈ ਵਾਹ ਵਾਹ ਵਾਹ, ਕਿ ਵੇਖੋ ਪੰਜਾਬੀ ਸਾਡੀ ਜ਼ੁਬਾਨ ਦੇ ਕਿੱਡੇ ਸੋਹਣੇ ਅਖਾਨ, ਜੀ ਜੀ ਮੱਤ ਦੀਆਂ ਗੱਲਾਂ ਸਾਡੇ ਬਜ਼ੁਰਗ ਪਾਉਂਦੇ ਹੁੰਦੇ ਸਨ। ਜੀ 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 ਜੀ, ਉਹਨਾਂ ਜੀ ਕੁਝ ਨਵੇਂ ਅਖਾਨ ਵੀ ਭਿਜਵਾਏ ਨੇ ਜੀ ਜੀ, ਸਾਡੇ ਵਿਊਅਰਸ ਨੇ। ਹੁਣ ਸਭ ਤੋਂ ਪਹਿਲੇ ਜਿਹੜਾ ਨਾ ਜੀ ਅਖਾਨ, ਉਹ ਸਾਡੀ ਇੱਕ ਭੈਣ ਨੇ ਭੇਜਿਆ ਜੀ ਜੀ, ਤੇ ਉਹ ਫਰਮਾਂਦੀਆਂ ਨੇ ਜੀ ਕਿ ਪੱਲੇ ਨਹੀਂ ਧੇਲਾ ਹਾਂਜੀ ਤੇ ਕਰਦੀ ਮੇਲਾ ਮੇਲਾ। ਹਾਂਜੀ ਹਾਂਜੀ, ਇਹਦਾ ਕੀ ਤਰਜੁਮਾ? ਹਾਂਜੀ, ਧੇਲਾ ਜਿਹੜਾ ਸੀ ਨਾ ਉਹ ਅੱਧੇ ਪੈਸੇ ਨੂੰ ਆਂਦੇ ਸਨ। ਜੀ ਧੇਲਾ ਅੱਧੇ ਪੈਸੇ ਨੂੰ ਆਂਦੇ ਸਨ ਜੀ, ਪੌਲੀ ਚੌਥਾ ਹਿੱਸਾ ਜਿਹੜਾ ਪੈਸਾ ਸੀ ਉਹਨੂੰ ਆਂਦੇ ਸਨ। ਅੱਛਾ, ਜਿਹਨੂੰ ਪਾਈ ਵੀ ਆਂਦੇ ਸਨ। ਹਾਂ, ਉਸ ਵੇਲੇ ਪੈਸੇ ਦੀ ਕਦਰ ਇੰਨੀ ਜ਼ਿਆਦਾ ਸੀ ਕਿ ਪੌਲੀ ਦੇ ਸਿੱਕੇ ਵੀ ਤੇ ਧੇਲੇ ਦੇ ਵੀ ਮਿਲਦੇ ਸਨ। ਹਾਂਜੀ, ਤੇ ਉਹਦੇ ਤੋਂ ਬਾਅਦ ਫਿਰ ਅਸੀਂ ਜਿਉਂ-ਜਿਉਂ ਪੈਸੇ ਨੂੰ ਬੇਕਦਰਿਆਂ ਕਰਨਾ ਸ਼ੁਰੂ ਕੀਤਾ ਜੀ, ਤੇ ਛੱਜ 'ਚ ਪਾ ਕੇ ਆਪਣੇ ਆਪ ਨੂੰ ਵੀ ਤੇ ਆਪਣੀ ਕਰੰਸੀ ਨੂੰ ਵੀ ਛੱਟ ਦਿੱਤਾ। ਵਾਹ, ਤੇ ਉਹਦੇ ਤੋਂ ਬਾਅਦ ਫਿਰ ਉਹਦੀ ਉਹ ਜਿਹੜੀ ਕਦਰ ਹੈ ਘਟਦੀ ਜਿਵੇਂ ਬੰਦਾ ਆਪਣੇ ਅਮਲਾਂ ਨਾਲ ਹੀ ਆਪਣੀ ਕਦਰ ਘਟਾਉਂਦਾ ਹੈ ਤੇ ਆਪਣੀ ਕਦਰ ਵਧਾਉਂਦਾ ਹੈ, ਇੰਝ ਹੀ ਅਸੀਂ ਪੂਰੀ ਮਿਹਨਤ ਕਰਕੇ ਤੇ ਆਪਣੀ ਜਿਹੜੀ ਕਰੰਸੀ ਸੀ, ਜਿਹੜਾ ਸਿੱਕਾ ਸੀ, ਉਹਨੂੰ ਬੇਕਦਰਾ ਕਰ ਦਿੱਤਾ। ਬੇਕਦਰਾ, ਡੀ ਵੈਲਿਊ ਸਿਰਫ ਸਾਡਾ ਹਾਂਜੀ, ਪੈਸਾ ਨਹੀਂ ਹੋਇਆ ਜੀ, ਨਾਲ ਅਸੀਂ ਵੀ ਤੇ ਨਾ ਬੇਕਦਰੇ ਅਸੀਂ ਵੀ ਤੇ ਬੇਕਦਰੇ ਹੋ ਗਏ ਨਾ ਜੀ, ਅਸੀਂ ਵੀ ਬੇਕਦਰੇ ਹੋ ਗਏ। ਹਾਂ, ਤੇ ਧੇਲਾ ਅੱਧੇ ਪੈਸੇ ਨੂੰ ਆਂਦੇ ਸਨ ਜੀ, ਤੇ ਦੱਸਿਆ ਇਹ ਗਿਆ ਇਸ ਅਖਾਣ ਵਿੱਚ ਕਿ ਬੰਦੇ ਦੀ ਇਹ ਔਕਾਤ ਹੈ ਕਿ ਉਹ ਏਡੀਆਂ ਫੂੰਡਾ ਮਾਰਦਾ ਫਿਰਦਾ ਹੈ ਕਿ ਉਹਦੇ ਪੱਲੇ ਦੇ ਪੈਸਾ ਪਾਈ ਪੈਸਾ ਹੈ ਕੋਈ ਨਹੀਂ। ਹੈ ਕੋਈ ਅੱਜ ਵੀ ਤੁਸੀਂ ਪਾਈ ਪੈਸਾ ਵਰਤਦੇ ਹੋ, ਹਾਂਜੀ ਜੀ, ਯਾਰ ਕੋ ਪੈਸਾ ਧੇਲਾ ਕੋਲ ਹੈ ਹੀ, ਅੱਜ ਵੀ ਲੋਕੀ ਵਰਤਦੇ ਨੇ ਇਸ ਗੱਲ ਨੂੰ। ਔਰ ਇਹ ਧੇਲਾ ਵੀ, ਹੁਣ ਧੇਲਾ ਤੁਹਾਨੂੰ ਕਿਤੇ ਨਹੀਂ ਦਿਸਦਾ, ਪਾਈ ਵੀ ਨਹੀਂ ਦਿਸਦੀ, ਲੇਕਿਨ ਇਹ ਮੁਹਾਵਰੇ ਦੇ ਵਿੱਚ ਅੱਜ ਵੀ ਵਰਤਿਆ ਜਾਂਦਾ। ਤੋ ਗੱਲ ਇਹ ਵੇ ਕਿ ਜਿਹੜੇ ਬੰਦੇ ਦੇ ਕੋਲ ਕੋਈ ਪੈਸਾ ਨਾ ਹੋਵੇ ਤੇ ਨਿਰੀ ਫੂੰ ਫਾਂ ਤੇ ਜਿਵੇਂ ਆਂਦੇ ਨੇ ਵੀ ਕੱਪੜੇ ਸਬੂਣੀ ਤੇ ਦਾਲ ਆ ਲੂਣੀ, ਹਾਂਜੀ, ਵੀ ਬੰਦੇ ਨੇ ਬੜੇ ਸੋਹਣੇ ਆਕੜੇ ਕੱਪੜੇ ਪਾਏ ਨੇ, ਮਾਇਆ ਲੱਗੀ ਹੈ, ਲੇਕਿਨ ਉਹਦੇ ਘਰ ਕੋਈ ਗਿਆ ਤੇ ਦਾਲ ਲੂਣੀ ਹੈ ਕਿ ਉਹਦੇ 'ਚ ਉਹਨਾਂ ਕੋਲ ਦਾਲ ਵਿੱਚ ਪਾਣ ਜੋਗੇ ਲੂਣ ਲਈ ਵੀ ਪੈਸੇ ਕੋਈ ਨਹੀਂ ਤੇ ਬਾਹਰੋਂ ਬੜਾ ਬਣ ਕੇ ਲਗਾ ਫਿਰਦਾ। ਹਾਂਜੀ, ਤੋਂ ਇਸ ਤਰ੍ਹਾਂ ਹੀ ਇਹ ਵੇ ਕਿ ਪੱਲੇ ਨਾ ਹੀ ਧੇਲਾ ਤੇ ਕਰਦੀ ਮੇਲਾ ਕਿ ਕੋਈ ਐਸਾ ਬੰਦਾ ਕਿ ਜਿਹਦੀ ਜੇਬ 'ਚ ਪੈਸਾ ਹੀ ਕੋਈ ਨਹੀਂ, ਜਿਹਦੇ ਕੋਲ ਹੀ ਕੱਖ ਕੰਡਾ ਨਹੀਂ ਤੇ ਸੁਪਨੇ ਉੱਚੇ ਵੇਂਦਾ, ਤੇ ਜਿਵੇਂ ਉੱਚੇ ਵੇਂਦਾ, ਜਿਵੇਂ ਅਸੀਂ ਸਾਡੀਆਂ ਅੱਜ ਤੋਂ ਲੱਗ ਕੇ ਪਿੱਛੋਂ ਤੋਂ ਲੱਗ ਕੇ ਸਰਕਾਰਾਂ ਵੀ ਹਰ ਵਾਰੀ ਅਸੀਂ ਬੜੇ ਮਾਣ ਨਾਲ, ਹਾਲਾਂ ਕਿਸੇ ਕੋਲੋਂ ਕਰਜ਼ਾ ਲੈਣ ਲਈ ਸ਼ਰਮ ਆਉਂਦੀ ਹੈ, ਅੱਖਾਂ ਨੀਵੀਆਂ ਹੁੰਦੀਆਂ ਨੇ, ਅਸੀਂ ਕਿਤੋਂ 4 ਪੈਸੇ ਮਿਲ ਜਾਣ ਕਰਜ਼ਾ ਤੇ ਬੜੀਆਂ ਫੂੰਡਾ ਮਾਰਨੇ ਆ ਟੈਲੀਵਿਜ਼ਨ ਤੇ ਖਬਰਾਂ। ਮੈਂ ਕਿਸੇ ਇੱਕ ਦੀ ਗੱਲ ਨਹੀਂ ਕਰ ਰਿਹਾ, ਸਾਡਾ ਮੁੱਢੋਂ ਵਿਹਾਰ ਹੀ ਮੰਗਤਿਆਂ ਵਾਲਾ ਰਿਹਾ। ਔਰ ਉਹ ਜਿਹੜੀ ਗੱਲ ਹੈ, ਫਿਰ ਉਹ ਜਦੋਂ ਮੰਗੇ ਹੋਏ ਲੀੜੇ ਬੰਦਾ ਪਾ ਲੈਂਦਾ ਜਾਂ ਮੰਗੇ ਹੋਏ 4 ਪੈਸੇ ਲੱਭ ਜਾਂਦੇ ਨੇ ਕੌਡੀਆਂ, ਫਿਰ ਉਹਦੇ ਤੇ ਗੁਲਛੜੇ ਅਡਾਣ ਲੱਗ ਪੈਂਦੇ ਆ। ਔਰ ਜਿਹਦੀ ਵਜ੍ਹਾ ਕਿ ਜਿਹੜੀ ਜਗ੍ਹਾ ਤੇ ਪੈਸੇ ਲਾਣੇ ਨੇ ਉੱਥੇ ਨਹੀਂ ਲਾਣੇ, ਉਹਨਾਂ ਦੀ ਗਲਤ ਵਰਤੋਂ ਕਰਨੀ ਹੈ, ਉਹਦੀ ਪੁੱਠੀ ਵਰਤੋਂ ਕਰਨੀ ਹੈ, ਉਹਦੇ ਨਾਲ ਜ਼ਾਹਰ ਹੈ ਫਿਰ ਪੱਲੇ ਕੀ ਪੈਣਾ ਹੈ। ਕਿਉਂਕਿ ਜਦੋਂ ਮੁਲਕ ਤੇ ਅੱਗੇ ਵਧਣਾ ਹੀ ਨਹੀਂ, ਮੁਲਕ ਅੱਗੇ ਵਧੇਗਾ, ਤਰੱਕੀ ਹੋਏਗੀ, ਤੋ ਪੱਲੇ ਨਹੀਂ ਧੇਲਾ ਕਰਦੀ ਮੇਲਾ ਕਿ ਪੱਲੇ ਪੈਸਾ ਕੋਈ ਨਹੀਂ
ਤੇ ਅਸੀਂ ਵੱਡੇ ਵੱਡੇ ਮਨਸੂਬੇ ਪੇ ਬਣਾਉਂਦੇ ਆ ਬਹਿ ਕੇ ਕਿ ਮੈਂ ਜਹਾਜ਼ ਤੇ ਬਹਿ ਕੇ ਟਿਕਟ ਆਪਣਾ ਸਫ਼ਰ ਕਰਾਂਗੇ ਤੇ ਤਾਂ ਜੇ ਪੈਸੇ ਪੱਲੇ ਹੋਣਗੇ ਤੇ ਪੈਸੇ ਪੱਲੇ ਤਾਂ ਹੋਣਗੇ ਜੇ ਮਿਹਨਤ ਕੀਤੀ ਹੋਏਗੀ ਔਰ ਮਿਹਨਤ ਕੀਤੀ ਹੋਏਗੀ ਪੈਸੇ ਕਮਾਏ ਹੋਣਗੇ ਹੱਡ ਭੰਨ ਕੇ ਹਾਂਜੀ ਤੇ ਮੁੜਕਾ ਅੱਜ ਕੱਲ੍ਹ ਦੀਆਂ ਰੁੱਤਾਂ ਦੇ ਵਿੱਚ ਪੂਰਾ ਮਤਲਬ ਖੂਨ ਪਸੀਨਾ ਜਿਹਨੂੰ ਇੱਕ ਕਰਕੇ ਤੇ ਫੇਰ ਹੀ ਜੇਬ 'ਚ ਪੈਸੇ ਹੋਣਗੇ ਬੋਝੇ 'ਚ ਪੈਸੇ ਹੋਣਗੇ ਨਾ ਤੇ ਇਹ ਉਹਨਾਂ ਕੌਮਾਂ ਨਖੱਟੂ ਲੋਕਾਂ ਦੇ ਬਾਰੇ 'ਚ ਅਖਾਣ ਹੈ ਕਿ ਜਿਹੜੇ ਆਪ ਕਰਦੇ ਕੱਖ ਕੰਡਾ ਨਹੀਂ ਤੇ ਜਨਾਬ ਜੇਬ 'ਚ ਪੈਸਾ ਵੀ ਨਹੀਂ ਹੁੰਦਾ ਉਹ ਜਿੰਦਰੀਆਂ ਫੂੰਡਾ ਮਾਰਦੇ ਮੈਂ ਮੇਲਾ ਵੇਖਣ ਚੱਲਿਆ ਇਹਦੇ ਵਾਸਤੇ ਆਖਿਆ ਜਾਂਦਾ ਹੈ ਕਿ ਲਓ ਜੀ ਪਿਆਰਿਓ ਬਾਬਾ ਜੀ ਹੋਰਾਂ ਜਿਵੇਂ ਫਰਮਾਇਆ ਵੀ ਪੱਲੇ ਨਹੀਂ ਧੇਲਾ ਤੇ ਕਰਦੀ ਮੇਲਾ ਯਾਨੀ ਆਪਣੇ ਵਸਾਇਲ ਨੂੰ ਪੇਸ਼ੇ ਨਜ਼ਰ ਰੱਖ ਕੇ ਮੁੱਖ ਰੱਖ ਕੇ ਤੇ ਫਿਰ ਸਾਨੂੰ ਮਨਸੂਬਾ ਸਾਜ਼ੀ ਕਰਨੀ ਚਾਹੀਦੀ ਹੈ ਕਿਸੇ ਵੀ ਕੰਮ ਦੀ ਅਸੀਂ ਸਫ਼ਰੇ 'ਚ ਜਾਣਾ ਤੇ ਪੱਲੇ ਖਰਚਾ ਹੋਣਾ ਚਾਹੀਦਾ ਨਾ ਤੇ ਫਿਰ ਤੇ ਜੇ ਪੱਲੇ ਵਸਾਇਲ ਨਹੀਂ ਪੱਲੇ ਪੈਸੇ ਨਹੀਂ ਤੇ ਫਿਰ ਸਫ਼ਰ ਤੇ ਜਾਂ ਕਿਸੇ ਵੀ ਮਨਸੂਬੇ ਦੇ ਬਾਰੇ ਫਿਰ ਨਹੀਂ ਸੋਚਣਾ ਚਾਹੀਦਾ ਜਿਵੇਂ ਆਖਦੇ ਨੇ ਚਾਦਰ ਦੇ ਮੁਤਾਬਕ ਪੈਰ ਪਸਾਰੋ ਉਦੋਂ ਵੱਧ ਕੇ ਨਾ ਕਰੋ ਫਿਰ ਤੇ ਪੈਰ ਨਹੀਂ ਤੇ ਨੰਗੇ ਹੀ ਪੈ ਹੋਣ ਦੇ ਤੇ ਪਾਲਾ ਪਿਆ ਲੱਗੇਦਾ ਪਿਆਰਿਓ ਦੂਜਾ ਜਿਹੜਾ ਸਾਨੂੰ ਅਖਾਣ ਸਾਡੇ ਇੱਕ ਮਿੱਤਰ ਭੇਜਿਆ ਆਓ ਹੁਣ ਬਾਬਾ ਜੀ ਤੋਂ ਉਹ ਵੀ ਪੁੱਛੀਏ ਲੋ ਜੀ ਇਹ ਇੱਕ ਸਾਡੇ ਦੋਸਤ ਨੇ ਜੀ ਉਹਨਾਂ ਸਰ ਅਖਾਣ ਭਿਜਵਾਇਆ ਉਹ ਆਖਦੇ ਨੇ ਜੀ ਕਿ ਨਾਈਆਂ ਦੇ ਘਰ ਗੰਜੀ ਤੇ ਕੁੱਦ ਤੋੜੇ ਮੰਜੀ ਹਾਂਜੀ ਇਹਦਾ ਕੀ ਮਤਲਬ ਹੈ ਇਹ ਗੱਲ ਹੈ ਜੀ ਕਿ ਜਿਹੜੀਆਂ ਸਾਡਾ ਜਿਹੜਾ ਵਸੇਬ ਹੈ ਨਾ ਪੰਜਾਬ ਦਾ ਇਹਦੇ ਵਿੱਚ ਸ਼ੁਰੂ ਤੋਂ ਇਹ ਜਿੰਨੀਆਂ ਵੀ ਜ਼ਾਤਾਂ ਨੇ ਜਿੰਨੇ ਵੀ ਲੋਕ ਨੇ ਇਹ ਸਾਰੇ ਇੱਕ ਖੂਬਸੂਰਤੀ ਹੈ ਰਲ ਕੇ ਰਹਿਣਾ ਵੇਖੋ ਨਾ ਇੱਕ ਕੁਝ ਕੰਮ ਕਰਨ ਵਾਲਾ ਇੱਕ ਬੰਦਾ ਅਗਰ ਤੁਹਾਡੇ ਵੱਸੋਂ 'ਚ ਨਾ ਹੋਏਗਾ ਤਾਂ ਕੰਮ ਹੀ ਨਹੀਂ ਹੋ ਸਕੇਗਾ ਜੁੱਤੀ ਗੰਢਣ ਵਾਲਾ ਕੋਈ ਨਹੀਂ ਤੇ ਤੁਸੀਂ ਜੁੱਤੀ ਕਿਹਦੇ ਕੋਲ ਬਣਵਾਓਗੇ ਕਿਹਦੇ ਕੋਲ ਇਸ ਵਾਸਤੇ ਇਹ ਜਿਹੜੇ ਨੇ ਨਾ ਵਸੇਬ ਦੇ ਸਾਰੇ ਖੂਬਸੂਰਤ ਅੰਗ ਨੇ ਇਹਦੇ 'ਚ ਕੋਈ ਛੋਟਾ ਵੱਡਾ ਹੋਣ ਦਾ ਗੱਲ ਨਹੀਂ ਇਹ ਕਸਬ ਨੇ ਹਾਂਜੀ ਕਸਬ ਨੇ ਸਾਡੇ ਤੇ ਕਸਬੀ ਲੋਕ ਜਿਹੜੇ ਨੇ ਕਾਸਬੀ ਤੇ ਅੱਲਾਹ ਤਾਲਾ ਵੀ ਕੁਰਾਨ ਪਾਕ ਜਾਂਦਾ ਅਲ ਕਾਸਿਬੁ ਹਬੀਬੁੱਲਾ ਮੈਨੂੰ ਕਸਬ ਕਰਨ ਵਾਲੇ ਲੋਕ ਬੜੇ ਪਿਆਰੇ ਨੇ ਤੋ ਜਿਹੜਾ ਨਾਈਆਂ ਦਾ ਕਸਬ ਸੀ ਇਹਦੇ 'ਚ ਇਹ ਸੀ ਕਿ ਇਹਨਾਂ ਦਾ ਜਿੱਥੇ ਹੋਰ ਬਹੁਤ ਸਾਰੇ ਕੰਮ ਨਾਈ ਜਿਹੜੇ ਕਰਦੇ ਸਨ ਰਿਸ਼ਤਾ ਕਰਾਉਣ ਦੇ ਵੀ ਕੰਮ ਇਹ ਹੀ ਕਰਦੇ ਸਨ ਪੁਰਾਣੇ ਵੇਲੇ ਗੰਢਾਂ ਖੜਨ ਦਾ ਲਿਆਉਣ ਦਾ ਸੁਨੇਹਾ ਮਤਲਬ ਜਾ ਕੇ ਦੇਣਾ ਉੱਥੇ ਨਾਲ ਪਕਵਾਈ ਦਾ ਹਾਂਜੀ ਪਕਵਾਈ ਦਾ ਵੀ ਦੇਗਾਂ ਦੀ ਦਾ ਇਹ ਵੀ ਇਹੀ ਕਰਦੇ ਸਨ ਹੁਣ ਵੀ ਕਰਦੇ ਨੇ ਤੋ ਬੀਬੀਆਂ ਜਿਹੜੀਆਂ ਨੇ ਨਾ ਨੈਣਾ ਜਿਹੜੀਆਂ ਨੇ ਉਹ ਘਰਾਂ 'ਚ ਚੁਦਰਾਣੀਆਂ ਦੇ ਜਿਹੜੇ ਵਾਲ ਛਾਲ ਨੇ ਉਹਨਾਂ ਨੂੰ ਕੰਗੀ ਛੰਗੀ ਕਰਨੀ ਵੇਲੇ ਤੇ ਮਤਲਬ ਇਹ ਹੈ ਕਿ ਉਹਨਾਂ ਨੂੰ ਬੜਾ ਸਲੀਕਾ ਹੁੰਦਾ ਸੀ ਇਸ ਕੰਮ ਹਾਂਜੀ ਔਰ ਬਿਊਟੀਸ਼ੀਅਨਸ ਜਿਵੇਂ ਅੱਜ ਕੱਲ੍ਹ ਖਵਾਤੀਨ ਨੇ ਬਿਊਟੀ ਪਾਰਲਰ ਦਾ ਜਿਵੇਂ ਕੰਮ ਕਰਦੀਆਂ ਨੇ ਹੁਣ ਜ਼ਰਾ ਨਵੇਂ ਨਾਂ ਬਦਲ ਗਿਆ ਅੱਗੇ ਵੇਖੋ ਨਾ ਜੀ ਬਿਊਟੀ ਪਾਰਲਰ ਦਾ ਅੰਗਰੇਜ਼ੀ ਲਫ਼ਜ਼ ਦਾ ਪੰਜਾਬੀ ਤਰਜਮਾ ਸੋਝ ਸਿੰਗਾਰ ਅੱਛਾ ਤੋ ਅਸੀਂ ਕਿਉਂਕਿ ਮੰਗੇ ਹੋਏ ਲੀੜੇ ਪਾਉਣ ਦੇ ਗਿੱਜੇ ਹੋਏ ਆ ਹਾਂਜੀ ਸ਼ੁਰੂ ਤੋਂ ਲੱਗ ਕੇ ਸਾਨੂੰ ਮੰਗੇ ਲੀੜੇ ਪਾ ਕੇ ਤੇ ਪੁੱਠੇ ਕੋਟ ਦੇ ਬਟਨ ਪੈਂਟ ਨਾਲ ਮੇਲਣ ਦੀ ਗੇਜ ਪਈ ਹੋਈ ਹੈ ਇਸ ਵਜ੍ਹਾ ਨਾਲ ਅਸੀਂ ਹਰ ਸ਼ੈ ਨੂੰ ਉਹਦਾ ਜਰਾ ਅੰਗਰੇਜ਼ੀ ਨਾਮਾ ਰੱਖ ਕੇ ਤੇ ਉਹ ਜਰਾ ਵੱਡੋਂ ਸਮਝਨੇ ਆਪਣੀ ਭਈ ਜੀ ਸਾਡੀ ਵੱਡੋਂ ਹੋ ਗਈ ਏ ਵੇਖੋ ਜੀ ਜਿਹੜੀ ਬੀਬੀ ਕਿਸੇ ਨੂੰ ਕੰਘੀ ਕਰਨੀ ਹੈ ਉਹ ਕੰਘੀ ਕਰਨ ਦਾ ਸਾਰਾ ਜਿਹੜਾ ਚੱਜ ਚਾਲਾ ਜਾਂ ਉਹਦਾ ਸਲੀਕਾ ਹੈ ਜਾਂ ਤਰੀਕਾ ਉਹ ਤਾਂ ਹੀ ਜਾਣਦੀ ਹੋਏਗੀ ਕਿ ਉਹਦੇ ਆਪਣੇ ਵਾਲ ਵੀ ਹੋਣ ਤੇ ਜੇ ਉਹਦੇ ਆਪਣੇ ਵਾਲ ਨਾ ਹੋਣ ਉਹ ਸਿਰੋਂ ਗੰਜੀ ਹੋਏਗੀ ਉਹ ਕਿਸੇ ਨੂੰ ਮਤਲਬ ਇਹ ਹੈ ਕਿ ਕੀ ਸਲੀਕੇ ਨਾਲ ਕੰਘੀ ਕਰ ਸਕੇ ਦੂਜੀ ਗੱਲ ਇਹ ਵੇ ਕਿ ਜਦੋਂ ਉਹਦੇ ਸਿਰ ਤੇ ਆਪਣੇ ਵਾਲ ਨਹੀਂ ਉਹਦੇ ਬਾਵਜੂਦ ਉਹ ਆਪਣੀਆਂ ਸਿਫਤਾਂ ਤੇ ਆਪਣੀਆਂ ਕੁਆਲੀਫਿਕੇਸ਼ਨਾਂ ਲੋਕਾਂ ਨੂੰ ਦੱਸ ਕੇ ਤੇ ਮੰਜੀ ਤੇ ਛਾਲਾ ਮਾਰ ਕੇ ਤੇ ਐਵੇਂ ਮੰਜੀ ਦੀਆਂ ਹੀਆਂ ਤੇ ਸੇਰੂ ਪਈ ਤਰੋੜਦੀ ਹੈ ਹਾਂਜੀ ਤੋ ਇਹਦੇ 'ਚ ਦੱਸਿਆ ਕਿ ਜਿਹੜੇ ਲੋਕ ਨਾਹਲ ਹੁੰਦੇ ਨੇ ਕਿਸੇ ਕੰਮ ਨੂੰ ਕਰਨ ਜੋਗੇ ਨਹੀਂ ਹੁੰਦੇ ਹਾਂਜੀ ਉਹ ਵਿਖਾਲਾ ਕਰਨ ਲਈ ਝੂਠਾ ਵਿਖਾਲਾ ਫੋਕਾ ਵਿਖਾਲਾ ਕਰਨ ਲਈ ਐਵੇਂ ਆਨੇ ਨੇ ਉਹ ਫਲਾਣਾ ਕੰਮ ਹੀ ਮੈਂ ਕਰ ਲੈਣਾ ਉਹ ਗੱਲ ਹੀ ਕੋਈ ਨਹੀਂ ਉਹ ਵੀ ਮੈਂ ਕਰ ਲਾਂਗਾ ਉਹ ਵੀ ਮੈਂ ਕਰ ਲਵਾਂਗਾ ਲੇਕਿਨ
ਗੱਲ ਉਹ ਕੰਮ ਬੰਦਾ ਉਹ ਹੀ ਕਰ ਸਕਦਾ ਜਿਹਦਾ ਉਹਨੂੰ ਚੱਜ ਹੁੰਦਾ ਹੈ, ਜਿਹਦਾ ਉਹਨੂੰ ਸਲੀਕਾ ਹੁੰਦਾ ਹੈ, ਤਾਂ ਕਿ ਜਦੋਂ ਉਹ ਕੰਮ ਕਰੇ ਤੇ ਕੋਈ ਉਹਦੀ ਸਲਾਹਣਾ ਕਰੇ, ਕੋਈ ਉਹਦੀ ਸਿਫਤ ਕਰੇ। ਤੇ ਜੇ ਬੰਦਾ ਆਪੇ ਹੀ ਮੈਂ ਰੱਜੀ ਪੁੱਜੀ ਆਪੇ ਹੀ ਮੇਰੇ ਬੱਚੇ ਜੂਣ, ਹਾਂਜੀ, ਕਿ ਆਪਣੀ ਮਤਲਬ ਆਪਣੀ ਸਿਫਤ ਆਪੇ ਹੀ ਪਿਆ ਬੰਦਾ ਬਹਿ ਕੇ ਕਰੇ, ਕੰਧ ਤੇ ਚੌਧਰੀ ਸਾਹਿਬ ਲਿਖ ਲਿਆ, ਆਪੇ ਹੀ ਪੜ੍ਹ ਲਿਆ ਤੇ ਆਖਿਆ ਮੈਂ ਚੌਧਰੀ ਸਾਹਿਬ ਹੋ ਗਿਆ, ਮੈਨੂੰ ਕੰਧ ਨੇ ਚੌਧਰੀ ਸਾਹਿਬ ਆਖਿਆ, ਤਾਂ ਫਿਰ ਉਹ ਗੱਲ ਨਹੀਂ ਬਣਦੀ। ਲੋ ਜੀ ਪਿਆਰਿਓ, ਬੜਾ ਸੋਹਣੀ ਵੰਡ ਕੀਤੀ ਬਾਬਾ ਜੀ ਨੇ, ਭਈ ਨਾਈਆਂ ਦੇ ਘਰ ਗੰਜੀ ਤੇ ਕੁੱਦ ਤੋੜੇ ਮੰਜੀ। ਯਾਨੀ ਜਿਹੜੀਆਂ ਸਾਡੀਆਂ ਨਾਈਆਂ ਦੇ ਘਰੋਂ ਖਵਾਤੀਨ ਹੁੰਦੀਆਂ ਸਨ, ਉਹ ਵੀ ਸਾਡੀਆਂ ਭੈਣਾਂ ਸਨ। ਉਦੋਂ ਉਹ ਮੁਸ਼ੱਕਤੀ ਲੋਕ ਹੁੰਦੇ ਸਨ, ਉਹਨਾਂ ਦੇ ਹੱਥ 'ਚ ਇੱਕ ਕਸਬ ਹੁੰਦਾ ਸੀ ਕਿ ਉਹ ਜਿੱਥੇ ਕਿਧਰੇ ਸ਼ਾਦੀ ਵਿਆਹ ਹੋਣਾ ਜਾਂ ਕਿਸੇ ਬੱਚੀ ਦਾ, ਕਿਸੇ ਖਾਤੂਨ ਦਾ ਹਾਰ ਸ਼ਿੰਗਾਰ ਕਰਨਾ, ਤੇ ਉੱਥੇ ਜਾ ਕੇ ਫਿਰ ਇਹ ਉੱਥੇ ਜਿਵੇਂ ਅੱਜ ਕੱਲ੍ਹ ਤੁਹਾਨੂੰ ਅਰਜ਼ ਕੀਤੀ ਹੈ ਬਿਊਟੀ ਪਾਰਲਰ ਵਾਲੀਆਂ ਖਵਾਤੀਨ ਕਰਦੀਆਂ ਨੇ, ਤੇ ਇਹ ਜਾ ਕੇ ਉਹਦਾ ਕੰਘੀ ਸ਼ਿੰਗਾਰ, ਕੰਘੀ ਪੱਟੀ ਕਰਨੀ, ਤਿਆਰ ਕਰਨਾ ਕਿਸੇ ਖਾਤੂਨ ਨੂੰ, ਕਿਸੇ ਦੁਲਹਨ ਨੂੰ। ਹੁਣ ਮਿਸਾਲ ਦੇ ਤੌਰ ਤੇ ਗੰਜਾ ਬੰਦਾ ਜੋ ਕਿਸੇ ਨੂੰ ਆਖੇ ਕਿ ਮੇਰੇ ਕੋਲ ਇੱਕ ਅਜਿਹਾ ਤੇਲ ਹੈ ਜਿਹੜਾ ਮੈਂ ਰੋਜ਼ ਤੁਹਾਡੇ ਸਿਰ 'ਚ ਆ ਕੇ ਝੱਸਾਂ ਤੇ ਤੁਹਾਡੇ ਵਾਲ ਬੜੇ ਬੜੇ ਮੋਟੇ ਹੋ ਜਾਣਦੇ, ਤੇ ਇਹ ਫਿਰ ਝੂਠ ਹੀ ਹੈ ਨਾ। ਤੇ ਅਜਿਹਾ ਬੰਦਾ ਜਿਹੜਾ ਰੌਲਾ ਖੱਪ ਬਹੁਤੀ ਪਾਏ ਤੇ ਕਰਨ ਕੱਖ ਨਾ ਜੋਗਾ ਹੋਵੇ, ਉਹਦੇ ਬਾਰੇ 'ਚ ਗੱਲ ਕੀਤੀ ਗਈ ਹੈ ਕਿ ਨਾਈਆਂ ਦੇ ਘਰ ਗੰਜੀ, ਆਪੋ ਸਿਰੋਂ ਗੰਜੀ ਹੈ, ਆਪਣੇ ਆਪ ਨੂੰ ਤੇ ਬਿਊਟੀਫਾਈ ਕਰ ਨਹੀਂ ਸਕੀ, ਆਪਣੇ ਆਪ ਦਾ ਤੇ ਹੁਸਨ ਜਿਹੜਾ ਹੈ ਉਹ ਸਵਾਰ ਸ਼ਿੰਗਾਰ ਨਹੀਂ ਸਕੀ, ਤੇ ਉਂਝ ਰੌਲਾ ਪਈ ਪਾਉਂਦੀ ਹੈ ਵੀ ਮੇਰੇ ਵਰਗੀ ਪੂਰੇ ਪਿੰਡ 'ਚ ਜਾਂ ਸ਼ਹਿਰ 'ਚ ਕੋਈ ਬਿਊਟੀਸ਼ੀਅਨ ਹੀ ਨਹੀਂ ਹੈਗੀ। ਦੂਜੇ ਲਫ਼ਜ਼ਾਂ ਦੇ ਵਿੱਚ ਅਜਿਹਾ ਬੰਦਾ ਜਿਹੜਾ ਨਾ ਅਹਿਲ ਹੋਵੇ, ਜਿਵੇਂ ਬਾਬਾ ਜੀ ਫਰਮਾਇਆ, ਕੱਖ ਕਰਨ ਜੋਗਾ ਨਾ ਹੋਵੇ, ਤੇ ਉਂਝ ਕਿਸੇ ਨੂੰ ਗੱਲ ਨਾ ਕਰਨ ਦੇਵੇ, ਤੇ ਸਭ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰੇ, ਗੱਲਾਂ ਬਾਤਾਂ ਦੇ ਵਿੱਚ ਹੀ ਅਮਲੀ ਤੌਰ ਤੇ ਕੱਖ ਨਾ ਕਰ ਸਕਦਾ ਹੋਵੇ, ਉਹਦਾ ਇਸਤਿਆਰਾ ਜਾਂ ਉਹਦੇ ਵਾਸਤੇ ਇਹ ਵਰਤਿਆ ਜਾਂਦਾ ਭਈ ਨਾਈਆਂ ਦੇ ਘਰ ਗੰਜੀ ਤੇ ਕੁੱਦ ਤੋੜੇ ਮੰਜੀ। ਲੋ ਜੀ, ਮੇਰੀ ਸਰਕਾਰ, ਸਾਡੇ ਇੱਕ ਹੋਰ ਬੜੇ ਪਿਆਰੇ ਵਿਊਅਰ ਸਾਡੇ ਮਿੱਤਰ ਜਿਹੜੇ ਨੇ, ਉਹਨਾਂ ਇਹ ਪੁੱਛਿਆ, ਅਖਾਨ ਭਿਜਵਾਇਆ ਭਈ ਘਰ ਕੈਂਠੇ ਵਾਲਾ ਆਇਆ ਨਹੀਂ ਮਾਏ, ਤੇਰੇ ਕੰਮ ਨਾ ਮੁੱਕੇ। ਹਾਂਜੀ, ਇਹਦਾ ਕੀ ਮਤਲਬ? ਇਹ ਕੈਂਠਾ ਜਿਹੜਾ ਨਾ ਜੀ ਪੁਰਾਣਾ ਇੱਕ ਜ਼ੇਵਰ ਹੈ। ਹਾਂਜੀ, ਮਰਦ ਵੀ, ਨੌਜਵਾਨ ਗੱਭਰੂਆਂ ਵੀ ਕੈਂਠਾ ਗਲੇ 'ਚ ਕੈਂਠਾ ਪਾਣਾ, ਸੋਨੇ ਦਾ ਵੱਡਾ ਸਾਰਾ ਹੁੰਦਾ ਸੀ, ਇੱਥੇ ਥੱਲੇ ਪਾਨ ਹੁੰਦਾ ਸੀ ਜੀ। ਅੱਛਾ, ਉਹ ਜਿਵੇਂ ਪਾਨ ਦੀ ਸ਼ਕਲ ਹੁੰਦੀ ਹੈ ਨਾ, ਪਾਨ ਦੇ ਪੱਤੇ ਦੀ, ਹਾਂਜੀ ਹਾਂਜੀ, ਇਸ ਤਰ੍ਹਾਂ ਹੁੰਦਾ ਸੀ। ਤੇ ਉਦੋਂ ਸੋਨਾ ਚੁੱਕੇ ਇੰਨੀ ਵਾਹਿਆਤੀ 'ਚ ਨਹੀਂ ਸੀ ਗਿਆ ਜੀ। ਮਤਲਬ ਇਹ ਮੈਂ 1974-75 'ਚ 3000 ਰੁਪਏ ਤੋਂ ਸੋਨਾ ਸੀ, ਮੈਂ ਅਸਾਂ 10 ਤੋਲੇ ਲਿਆ ਸੀ, ਮੈਨੂੰ ਯਾਦ ਮੇਰੇ ਵਿਆਹ ਤੇ। 3000 ਰੁਪਏ ਤੋਂ ਹੁਣ 3 ਲੱਖ ਦੇ ਕਿਤੇ ਲਾਗੇ ਆਪੜਿਆ ਇਸ ਤਰ੍ਹਾਂ। ਤੋ ਉਦੋਂ ਨਾ ਜੀ ਫਿਰ ਉਹ ਜਿਹੜਾ ਉਹਦਾ ਪਾਨ ਦਾ ਪੱਤਾ ਸੀ ਨਾ, ਉੱਤੇ ਦੋਹਾਂ ਸਾਈਡਾਂ ਤੇ ਡੋਰੀਆਂ ਹੁੰਦੀਆਂ ਸਨ, ਤੇ ਉਹ ਡੋਰੀ ਪਿੱਛੋਂ ਜਾ ਕੇ ਦਜ਼ਾਰੇ ਮਿਲ ਜਾਂਦੀ ਸੀ। ਅੱਛਾ, ਤੇ ਉਹਦੇ ਵਿੱਚ ਵੀ ਨਾ ਐਡੇ ਐਡੇ ਮਣਕੇ ਜੇ ਸੋਨੇ ਦੇ ਬਣੇ ਹੁੰਦੇ ਸਨ, ਵਿੱਚੋਂ ਖਾਲੀ, ਉਹਨਾਂ ਦੇ ਵਿੱਚੋਂ ਮੋਟਾ ਧਾਗਾ ਦੋਹਾਂ ਸਾਈਡਾਂ ਤੋਂ ਰੰਗਦਾਰ ਧਾਗਾ ਹੁੰਦਾ ਸੀ, ਉਹ ਲੰਘਾਇਆ ਹੁੰਦਾ ਸੀ। ਤੇ ਘਰ ਕੈਂਠੇ ਵਾਲਾ, ਯਾਨੀ ਕੈਂਠੇ ਵਾਲੇ ਤੋਂ ਮੁਰਾਦ ਏ ਉਸ ਲੜਕੀ ਦਾ ਖਾਮੰਦ ਜੀ, ਕਿ ਮਾਂ ਨੂੰ ਉਹ ਪਈ ਆਂਦੀ ਏ ਵੀ ਮਾਂ, ਮੈਨੂੰ ਲੈਣ ਵਾਲਾ ਮੇਰਾ ਪਤੀ, ਮੇਰਾ ਖਾਮੰਦ ਉਹ ਆ ਗਿਆ, ਤੇ ਤੂੰ ਮੇਰੀ ਤਿਆਰੀ ਜਿਹੜੀ ਹੈ ਉਹ ਕੀਤੀ ਕੋਈ ਨਹੀਂ। ਹਾਂਜੀ, ਤੈਨੂੰ ਚਾਹੀਦਾ ਸੀ ਕਿ ਉਹਦੇ ਆਉਣ ਤੋਂ ਪਹਿਲਾਂ ਮੇਰੀ ਤਿਆਰੀ ਕਰਕੇ ਰੱਖਦੀ। ਹਾਂਜੀ, ਜੇ ਮਾਰਫਤ 'ਚ ਅਸੀਂ ਇਹਨੂੰ ਖੜੀਏ ਇਸ ਗੱਲ ਨੂੰ, ਤੇ ਇਸ ਤਰ੍ਹਾਂ ਹੀ ਹੈ ਕਿ ਜਿਵੇਂ ਬੰਦਾ ਆਪਣੀ ਮੌਤ ਨੂੰ ਚੇਤੇ ਨਹੀਂ ਰੱਖਦਾ, ਤੇ ਉਹ ਜਦੋਂ ਉਹਨੇ ਜਾ ਕੇ ਆਪਣੇ ਪਤੀ, ਅਸਲੀ ਪਤੀ ਨਾਲ, ਅੱਲਾ ਨਾਲ ਮਿਲਣਾ ਹੈ, ਤੇ ਉਹਦੇ ਵਾਸਤੇ ਜਿਵੇਂ ਬਾਬੇ ਸੂਫੀ ਸਾਡੇ ਆਂਦੇ ਨੇ ਕਿ ਮੈਂ ਆਪਣਾ ਹਾਰ ਸ਼ਿੰਗਾਰ ਨਹੀਂ ਕਰ ਸਕੀ, ਤਾਂ ਉਹ ਮਤਲਬ ਇਹ ਵੇ ਕਿ ਇਹ ਦੁਨੀਆਦਾਰੀ ਵਿੱਚ ਉਹਨੇ ਦੱਸਿਆ ਕਿ ਮਾਂ, ਤੂੰ ਮਤਲਬ ਤੈਨੂੰ ਚਾਹੀਦਾ ਸੀ ਸਲੀਕੇ ਨਾਲ, ਸਚੱਜ ਨਾਲ ਮੈਨੂੰ ਪਹਿਲਾਂ ਤਿਆਰ ਕਰ ਲੈਂਦੀ ਹੋ, ਮੈਨੂੰ ਜੋ ਕੁਝ ਦੇ ਕੇ ਟੋਰਨਾ ਹੀ, ਭਾਂਜੀ, ਕੋਈ ਕੱਪੜੇ, ਕੋਈ ਲੀੜਾ, ਕੋਈ ਲੱਤਾ, ਉਹਦਾ ਸਾਰਾ ਪ੍ਰਬੰਧ ਕਰ ਲੈਂਦੀ ਹੋ, ਇੰਤਜ਼ਾਮ ਕਰ ਲੈਂਦੀ ਹੋ। ਤੇ ਹੁਣ ਤੇ ਮਤਲਬ ਮੈਨੂੰ ਲੈਣ ਵਾਲਾ ਵੀ ਆ ਗਿਆ, ਯਾਨੀ ਮੇਰਾ ਖਾਮਦ ਵੀ ਆ ਗਿਆ, ਤੇ ਤੇਰੇ ਜਿਹੜੇ ਕੰਮ ਨੇ ਨਾ, ਤੂੰ ਪਤਾ ਨਹੀਂ ਕਿਹੜੇ ਕੰਮਾਂ 'ਚ ਲੱਗੀ ਹੋਈ ਹੈ, ਜਿਹੜਾ ਕਰਨ ਵਾਲੇ ਕੰਮ ਨੇ। ਔਰ ਇਹ ਖਾਨ ਉਹਨਾਂ ਲੋਕਾਂ ਵਾਸਤੇ ਵੀ ਹੈ ਕਿ ਵੇਖੋ ਨਾ ਜੀ, ਕਿ ਜਿਹੜੇ ਟਾਈਮ ਤੇ ਜਿਹੜਾ ਕੰਮ ਕਰਨਾ, ਸਾਨੂੰ ਉਹੀ ਕਰਨਾ ਚਾਹੀਦਾ, ਉਹ ਕਰਨਾ ਚਾਹੀਦਾ।
ਹੁਣ ਵੇਖੋ ਨਾ, ਸਵੇਰ ਵੇਲੇ ਸਵੇਰ ਦੀ ਨਮਾਜ਼ ਪੜ੍ਹੀ ਜਾ ਸਕਦੀ ਹੈ। ਹਾਂਜੀ, ਤੇ ਜੇ ਕੋਈ ਰਾਤ ਦੁਪਹਿਰ ਵੇਲੇ ਆਖੇ ਮੈਂ ਜਰਾ ਸਵੇਰ ਦੀ ਨਮਾਜ਼ ਪੜ੍ਹ ਲਾਂ, ਤੇ ਲੋਕੀ ਉਹਨੂੰ ਮੂਰਖ ਹੀ ਆਖ ਕਵੇਲੇ ਦੀਆਂ ਟੱਕਰਾਂ ਹੋ ਗਈਆਂ। ਹਾਂਜੀ, ਵੇਲੇ ਦੀ ਨਮਾਜ਼ ਤੇ ਕਵੇਲੇ ਦੀਆਂ ਟੱਕਰਾਂ। ਹਾਂਜੀ ਹਾਂਜੀ, ਇਹ ਵੀ ਅਖਾਣ। ਹਾਂਜੀ, ਤੋ ਇਹ ਮਤਲਬ ਇੱਥੇ ਦੱਸਿਆ ਗਿਆ ਕਿ ਹਰ ਕੰਮ ਨੂੰ ਆਪਣੇ ਵੇਲੇ ਨਾਲ ਸਤਰਾ ਕੇ ਸੰਭਾਲ ਕੇ ਕਰਨਾ ਚਾਹੀਦਾ, ਔਰ ਉਹੀ ਕੌਮਾਂ ਤਰੱਕੀ ਕਰਦੀਆਂ ਨੇ ਜਿਹੜੀਆਂ ਜਿਹਨੂੰ ਅੰਗਰੇਜ਼ੀ 'ਚ ਅਸੀਂ ਪ੍ਰਾਇਰਿਟੀਜ਼ ਆਖਦੇ ਹਾਂ, ਕਿ ਪਹਿਲਾਂ ਕਿਹੜਾ ਕਰਨਾ, ਮਗਰੋਂ ਕਿਹੜਾ ਕਰਨਾ। ਵੇਖੋ ਨਾ, ਜਿਹੜਾ ਤੁਸੀਂ ਸਿਰੇ ਤੇ ਜਾ ਕੇ ਕਰਨਾ, ਅਖੀਰ ਤੇ ਜਾ ਕੇ ਉਹਨੂੰ ਅਗਰ ਪਹਿਲਾਂ ਕਰ ਦਿਓਗੇ ਤੇ ਮੁੱਢ ਬੁਨਿਆਦ ਹੀ ਨਹੀਂ ਬੱਧੀ, ਜਾਂ ਉਹ ਮੂਰਖ ਹੀ ਮਿਸਤਰੀ ਹੋਏਗਾ ਨਾ ਜਿਹੜਾ ਆਖੇਗਾ ਪਹਿਲਾਂ ਲੈਂਟਰ ਪਾ ਲਈਏ, ਬੁਨਿਆਦਾਂ ਬਾਅਦ ਚ ਬਣਾਵਾਂਗੇ। ਇਹ ਤੇ ਕਦੀ ਹੋ ਹੀ ਨਹੀਂ ਸਕਦਾ। ਤੋ ਇਸ ਅਖਾਣ ਵਿੱਚ ਇਹ ਸਿੱਖਿਆ ਦਿੱਤੀ ਗਈ। ਵਾਹ, ਲੋ ਜੀ ਸਾਹਿਬੋ, ਤੁਸੀਂ ਵੇਖਿਆ ਕਿ ਬਾਬਾ ਜੀ ਫਰਮਾਉਂਦੇ ਨੇ ਪਏ ਕਿ ਇਹ ਬੜਾ ਵਸੀਉਲ ਮੁਤਾਲਬ ਇਹ ਅਖਾਣ ਹੈ ਭਈ ਘਰ ਕੈਂਠੇ ਵਾਲਾ ਆਇਆ ਨਿਮਾਏ ਤੇਰੇ ਕੰਮ ਨਾ ਮੁੱਕੇ। ਯਾਨੀ ਦੁਨੀਆਦਾਰੀ ਦੇ ਹਿਸਾਬ 'ਚ ਜੇ ਲਈਏ ਤੇ ਉਹ ਆਖਦੀ ਪਈ ਹੈ ਵੀ ਮੇਰਾ ਸਾਈਂ, ਮੇਰਾ ਖਾਉਂਦ ਮੈਨੂੰ ਲੈਣ ਆ ਗਿਆ ਤੇ ਤਿਆਰੀ ਮੇਰੀ ਹਾਲੇ ਤੱਕ ਨਹੀਂ ਹੋ ਸਕੀ। ਵਾਲਦਾ ਨੇ ਮੈਨੂੰ ਦੂਜੇ ਕੰਮਾਂ ਦੇ ਵਿੱਚ ਹੀ ਰੁਝਾਈ ਰੱਖਿਆ ਤੇ ਮੈਂ ਆਪਣੀ ਤਿਆਰੀ ਨਹੀਂ ਕਰ ਸਕੀ ਜਾਣ ਦੀ। ਤੇ ਬਾਬਾ ਜੀ ਪੇ ਫਰਮਾਉਂਦੇ ਨੇ ਕਿ ਇਹਦਾ ਮਾਰਫਤ ਦੇ ਹਵਾਲੇ ਦੇ ਨਾਲ ਤਰਜਮਾ ਇਹ ਵੇ ਭਈ ਜਦੋਂ ਇਜ਼ਰਾਈਲ ਜਾਨ ਕੱਢਣ ਲਈ ਤਸ਼ਰੀਫ ਲੈ ਆਉਣਗੇ ਤੇ ਬੰਦੇ ਨੇ ਪਿਆਰਿਓ ਅਗਲੇ ਘਰ ਜਾਣ ਦੀ ਆਕਬਤ ਲਈ ਤਿਆਰੀ ਨਹੀਂ ਕੀਤੀ ਹੋਵੇਗੀ, ਤੇ ਉਦੋਂ ਵੀ ਬੰਦਾ ਇਹੋ ਹੀ ਆਖੇਗਾ ਭਈ ਜਿੰਦ ਵਹੌਟੀ ਤੇ ਮਰਨ ਵਰ ਲੈ ਜਾਸੀ ਪਰ ਨਾ, ਕਿ ਜਿਸ ਇਹ ਜਿੰਦ ਦੀ ਵਹੁਟੀ ਨੂੰ ਮੌਤ ਦਾ ਲਾੜਾ ਆ ਕੇ ਜਦੋਂ ਪ੍ਰਨਾਨ ਆ ਜਾਏਗਾ, ਬੂਏ ਜੰਜ ਆ ਜਾਏ ਦੀ, ਤੇ ਉਸ ਵੇਲੇ ਤੱਕ ਅਗਰ ਤਿਆਰੀ ਨਾ ਹੋਈ ਤੇ ਉਸ ਵੇਲੇ ਫਿਰ ਜਿਵੇਂ ਸਾਡੀ ਮਾਂ ਬੋਲੀ ਚ ਆਖਦੇ ਨੇ ਭਈ ਬੂਏ ਆਈ ਜੰਜ ਤੇ ਵਿਨੋ ਕੁੜੀ ਦੇ ਕੰਨ। ਹਾਂਜੀ, ਇਹਦਾ ਵੀ ਬਾਬਾ ਜੀ ਤੋਂ ਤਰਜਮਾ ਪੁੱਛਨੇ ਆ, ਲੇਕਿਨ ਇਸ ਅਖਾਣ ਦੇ ਵਿੱਚ ਵੀ ਆਖਿਆ ਇਹੋ ਹੀ ਗਿਆ ਹੈ ਭਈ ਘਰ ਕੈਂਠੇ ਵਾਲਾ ਆਇਆ ਨਿਮਾਏ ਤੇਰੇ ਕੰਮ ਨਾ ਮੁੱਕੇ। ਯਾਨੀ ਤੂੰ ਦੁਨੀਆਦਾਰੀ ਦੇ ਅਜੇ ਕੰਮਾਂ ਦੇ ਵਿੱਚ ਮਸਰੂਫ ਰਿਹਾ ਅੱਲਾ ਦੇ ਬੰਦਿਆ, ਜਿਨ੍ਹਾਂ ਆਕਬਤ ਦੇ ਵਿੱਚ ਤੇ ਆਖਰਤ ਦੇ ਵਿੱਚ ਤੇਰੇ ਕੰਮ ਹੀ ਨਹੀਂ ਆਉਣਾ। ਤੇ ਆਖਰਤ ਦੇ ਵਾਸਤੇ ਜਿਹੜਾ ਤੂੰ ਤਿਆਰ ਕਰਨਾ ਸੀ ਸਮਾਨ, ਜਿਹੜਾ ਜ਼ਾਦੇ ਰਾਹ ਨਾਲ ਲੈ ਕੇ ਜਾਣਾ ਸੀ, ਉਹ ਤੇ ਤੂੰ ਤਿਆਰੀ ਨਹੀਂ ਕੀਤੀ ਤੇ ਮੌਤ ਦਾ ਵੇਲਾ ਆ ਗਿਆ। ਉਸ ਵੇਲੇ ਮੁੱਲ ਤਾਂ ਮਿਲ ਨਹੀਂ ਸਕਦੀ ਤਿਆਰੀ ਕਰਨ ਦੀ। ਇਹ ਬੜਾ ਇੱਕ ਮੱਤ ਭਰਿਆ ਅਖਾਣ ਹੈ। ਇਹਦੇ ਵਿੱਚ ਆਪਣੀ ਕੁਤਾਈ ਦੱਸਦਿਆਂ ਹੋਇਆਂ ਸਾਨੂੰ ਤਿਆਰੀ ਕਰਨ ਦਾ ਵੀ ਆਖਿਆ ਗਿਆ ਹੈ ਵੀ ਮੌਤ ਵਾਸਤੇ ਵੀ ਤਿਆਰੀ ਕਰੋ। ਤੇ ਜੀਕੂ ਬਾਬਾ ਜੀ ਹੋਰਾਂ ਆਖਿਆ ਕਿ ਹਰ ਕੰਮ ਨੂੰ ਠੁੱਕ ਸਿਰ ਤੇ ਵੇਲੇ ਸਿਰ ਕਰੋ, ਕਿਉਂਕਿ ਦੱਸਿਆ ਬਾਬਾ ਜੀ ਨੇ ਵੇਲੇ ਦੀ ਨਮਾਜ਼ ਤੇ ਕਵੇਲੇ ਦੀਆਂ ਟੱਕਰਾਂ। ਤੇ ਬਾਬਾ ਜੀ ਇਹਦਾ ਵੀ ਥੋੜਾ ਦੱਸੋ ਨਖੇੜ ਕੇ ਵੀ ਬੂਹੇ ਆਈ ਜੰਜ ਹਾਂਜੀ, ਤੇ ਵਿਨੋ ਕੁੜੀ ਦੇ ਕੰਨ। ਹਾਂਜੀ, ਇਹਦਾ ਵੀ ਥੋੜਾ ਦੱਸੋ ਰਾਜੀ। ਹਾਂਜੀ, ਗੱਲ ਇਹ ਹੈ ਕਿ ਧੀਆਂ ਭੈਣਾਂ ਨੂੰ ਮਤਲਬ ਇਹ ਵੇ ਕਿ ਜੰਮਦੇ ਇਹਨਾਂ ਨਿੱਕੀਆਂ ਜਦੋਂ ਬੱਚੀਆਂ ਹੁੰਦੀਆਂ ਨੇ, ਜੀ ਜੀ, ਜ਼ਾਹਰ ਉਹਨਾਂ ਨੂੰ ਪਤਾ ਹੁੰਦਾ ਇਹਨਾਂ ਨੂੰ ਪਰਨਾਵਣਾ, ਇਹਨਾਂ ਨੂੰ ਵਿਆਹਵਣਾ, ਤੇ ਉਹਨਾਂ ਨੂੰ ਇਹਨਾਂ ਨੇ ਜ਼ੇਵਰ ਵੀ ਪਾਣਾ, ਤੇ ਉਹਨਾਂ ਦੇ ਕੰਨ ਤੇ ਨੱਕ ਵੀ, ਨੱਕ ਦੇ ਵਿੱਚ ਵੀ ਕੋਕਾ ਪਾਉਣ ਵਾਸਤੇ ਵਿੰਨ ਦਿੰਦੇ ਨੇ ਜੀ, ਤੇ ਕੰਨ ਵੀ ਜਿਹੜਾ ਵਿੰਨ ਦਿੰਦੇ ਨੇ, ਬਣਾ ਛੱਡਦੇ ਬੱਚੀਆਂ ਦੇ, ਬਣਾ ਛੱਡਦੇ ਨੇ ਬੱਚੀਆਂ ਦੇ। ਇਸ ਵਾਸਤੇ ਵੀ ਇੱਕ ਤੇ ਉਹ ਸੁਰਾਖ ਦੇ ਵਿੱਚ ਕੋ ਤਾਰ ਤੂਰ ਪਾ ਛੱਡਦੇ ਨੇ ਤਾਂ ਕਿ ਹੌਲੀ ਹੌਲੀ ਮਤਲਬ ਹੈ ਕਿ ਉਹ ਠੀਕ ਹੋ ਜਾਏ, ਉਹਦੇ 'ਚ ਮਤਲਬ ਕੋਈ ਜ਼ਖਮ ਨਾ ਰਹਿ ਜਾਏ ਜ਼ਾਹਰ। ਅੱਛਾ, ਇਹ ਕੰਮ ਇਹ ਵੇਲੇ ਤੋਂ ਪਹਿਲਾਂ ਕਰਨ ਵਾਲਾ। ਹਾਂਜੀ, ਇਹ ਕੰਮ ਇਹ ਵੇਲੇ ਤੋਂ ਪਹਿਲਾਂ ਕਰਨ ਵਾਲਾ ਤਾਂ ਕਿ ਉਹ ਮਤਲਬ ਹੌਲੀ ਹੌਲੀ ਉਹ ਜਿਹੜਾ ਉਹਦਾ ਵਿੱਚ ਜ਼ਖਮ ਹੁੰਦਾ ਉਹ ਵੀ ਛੁੱਟ ਛੱਟ ਜਾਏ। ਜ਼ਾਹਰ ਅਗਰ ਤੁਸੀਂ ਤਾਜ਼ਾ ਵਿੰਨ ਕੇ ਉਹਨੂੰ ਉਸੇ ਵੇਲੇ ਹੀ ਸੂਈ ਨਾਲ ਵਿੰਨ ਕੇ ਇਹਦੇ ਵਿੱਚ ਕਾਂਟੇ ਜਾਂ ਝੁੰਬਰ ਜਾਂ ਗੋਖੜੂ ਜਾਂ ਜੋ ਵੀ ਪਾਣਾ ਉਹ ਪੱਕ ਜਾਏਗਾ, ਉਹ ਪਾ ਦਿਓਗੇ ਤੇ ਉਹ ਤੇ ਉਹਨੂੰ ਦਰਦ ਵੀ ਕਰੇਗਾ, ਕੁੜੀ ਨੂੰ ਪੀੜ ਵੀ ਹੋਏਗੀ ਤੇ ਉਹ ਪੱਕ ਵੀ ਜਾਏਗਾ। ਤੋ ਇਹਦੇ 'ਚ ਵੀ ਉਹੀ ਦੱਸਿਆ ਗਿਆ ਕਿ ਮਤਲਬ ਜਿਹੜੇ ਬੇਵਕੂਫ ਔਰ ਕੁਚੱਜੇ ਲੋਕ ਨੇ ਉਹ ਵੇਲੇ ਸਿਰ ਕੰਮ ਨਹੀਂ ਕਰਦੇ, ਔਰ ਮਤਲਬ ਇਹ ਬੜੀ ਮੂਰਖਾਂ ਵਾਲੀ ਗੱਲ ਏ
ਕਿ ਜੰਜ ਤੇ ਬੂਹੇ ਤੇ ਆ ਕੇ ਬਹਿ ਗਈ ਏ ਤੇ ਹੁਣ ਆਂਦੇ ਨੇ ਕੁੜੀ ਦੇ ਕੰਨ ਵਿੰਨ ਲਓ, ਉਹਦੇ ਵਿੱਚ ਕਾਂਟੇ ਜਾਂ ਜਿਹੜਾ ਵੀ ਚੁੰਬਰ ਜਾਂ ਗਹਿਣਾ ਪਾਣਾ, ਜਿਹੜਾ ਵੀ ਗਹਿਣਾ ਮਤਲਬ ਉਸ ਜ਼ਮਾਨੇ 'ਚ ਡੰਡੀਆਂ ਹੁੰਦੀਆਂ ਸਨ ਤੇ ਉਹਦੇ ਬਾਬਾ ਭਾਰੀਆਂ ਹੁੰਦੀਆਂ, ਉਹਨੂੰ ਚੰਗਾ ਕੰਨਾਂ ਨੂੰ ਖਿੱਚ ਲਾਂਦੀਆਂ ਸਨ। ਤੋ ਅਗਰ ਪਹਿਲਾਂ ਵੇਲੇ ਸਿਰ ਕੀਤਾ ਹੋਏਗਾ ਤੇ ਉਹ ਸੁਰਾਖ ਉਹਦੇ ਜਿਹੜੇ ਨੇ ਉਹ ਠੀਕ ਹੋ ਗਏ ਹੋਣਗੇ ਤੇ ਉਹਨੂੰ ਤਕਲੀਫ ਨਹੀਂ ਹੋਏਗੀ, ਕਿਸੇ ਕਿਸਮ ਦੀ ਪੀੜ ਪਰਬ ਨਹੀਂ ਹੋਏਗੀ। ਤੋ ਇਹ ਹੈ। ਤੋ ਨਾਲ ਇਹ ਦੱਸਿਆ ਗਿਆ ਵੀ ਜਿਹੜੀਆਂ ਕੌਮਾਂ ਵੇਲੇ ਸਿਰ ਕੰਮ ਨਹੀਂ ਕਰਦੀਆਂ ਉਹ ਕਿਸੇ ਵੀ ਸਿਖਰ ਤੇ ਨਹੀਂ ਜਾ ਸਕਦੀਆਂ, ਔਰ ਕੰਮ ਨੂੰ ਮਿੱਥ ਕੇ ਮਤਲਬ ਜਿਹੜੀਆਂ ਕੌਮਾਂ, ਔਰ ਜਿਹਨੂੰ ਅਸੀਂ ਆਨੇ ਆ ਕਿ ਪਹਿਲਾਂ ਕਿਹੜਾ ਕਰਨਾ, ਦੂਜਾ ਕਿਹੜਾ ਕਰਨਾ, ਤੀਜੇ ਕੰਮ ਲੈਵਲ ਤੇ ਕਿਹੜਾ ਕੰਮ ਕਰਨਾ, ਉਹ ਕੌਮਾਂ ਜਿਹੜੀਆਂ ਉਸ ਨੂੰ ਸਮਝ ਕੇ ਉਹਦੀ ਮਨਸੂਬਾਬੰਦੀ ਕਰ ਸਕਦੀਆਂ ਨੇ, ਉਹ ਦੁਨੀਆ ਦੇ ਵਿੱਚ ਆਪਣਾ ਆਪ ਮਨਵਾ ਸਕਦੀਆਂ ਨੇ। ਔਰ ਜਿਹੜੇ ਲੋਕ ਮਤਲਬ ਇਸ ਤਰ੍ਹਾਂ ਕਰਦੇ ਨੇ ਕਿ ਜਿਸ ਤਰ੍ਹਾਂ ਉਹ ਚੱਜਿਆਂ ਵਾਲਾ ਕੰਮ ਕਿ ਉਧਰੋਂ ਜਾਈ ਤੇ ਬੂਹੇ ਤੇ ਆ ਗਈ ਏ ਤੇ ਹੁਣ ਜੀ ਹੋਰ ਕੰਮ ਕਰਨ ਦੀ ਬਜਾਏ ਹਾਂਜੀ ਕੁੜੀ ਦੇ ਕੰਨ ਵਿੰਨਣ ਟੁਰ ਪੈਣਾ, ਤੇ ਜ਼ਾਹਰ ਉਹਨਾਂ ਲੋਕਾਂ ਨੂੰ ਮੂਰਖ ਔਰ ਬੇਵਕੂਫ ਲੋਕ ਆਖਣ। ਹਾਂ ਲੋ ਜੀ ਪਿਆਰਿਓ, ਇਹ ਸਨ ਅੱਜ ਦੇ ਅਖਾਣ ਜਿਹੜੇ ਤੁਸਾਂ ਭਿਜਵਾਏ ਤੇ ਉਹਨਾਂ ਦੇ ਮੁਤਾਲਬ ਅਸਾਂ ਪੁੱਛ ਕੇ ਬਾਬਾ ਜੀ ਤੋਂ ਤੁਹਾਨੂੰ ਦੱਸੇ। ਇੱਕ ਸਾਡੇ ਮੁਅੱਜ਼ਜ਼ ਵਿਊਅਰ ਜਿਹੜੇ ਨੇ ਉਹਨਾਂ ਨੇ ਇਹ ਫਰਮਾਇਆ ਭਈ ਘਰ ਜਿਹੜਾ ਮਹਿਮਾਨ ਆਉਂਦਾ ਉਹਨੂੰ ਤੇ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਪ੍ਰਾਹੁਣਾ ਆਖਦੇ ਹਾਂ, ਤੇ ਜਿਹੜਾ ਮੇਜ਼ਬਾਨ ਹੁੰਦਾ, ਜਿਹੜਾ ਘਰ ਵਾਲਾ ਹੁੰਦਾ, ਉਹਨੂੰ ਕੀ ਆਖਿਆ ਜਾਂਦਾ ਹੈ ਪੰਜਾਬੀ ਸਾਡੀ ਮਾਂ ਬੋਲੀ ਦੇ ਵਿੱਚ? ਇਹ ਵੀ ਬਾਬਾ ਜੀ ਤੋਂ ਪੁੱਛਣੇ ਆ। ਬਾਬਾ ਜੀ ਇਹ ਦੱਸੋ ਮੇਰੀ ਸਰਕਾਰ ਕਿ ਜਿਹੜਾ ਆਉਂਦਾ ਉਹ ਤੇ ਪ੍ਰਾਹੁਣਾ ਹੁੰਦਾ, ਜਿਹੜਾ ਸਾਡੇ ਘਰ ਮਹਿਮਾਨ ਆਉਂਦਾ, ਤੇ ਜਿਹੜੇ ਅਸੀਂ ਘਰ ਵਾਲੇ ਆ ਜਿਨ੍ਹਾਂ ਨੇ ਉਹਦੀ ਆਦਰ ਭਾਗ ਕਰਨੀ ਹੈ, ਉਹਦੀ ਆਓ ਭਗਤ ਕਰਨੀ ਹੈ, ਉਹਦੀ ਕੋਈ ਸੇਵਾ ਕਰਨੀ ਹੈ, ਉਹ ਮੇਜ਼ਬਾਨ ਜਿਹੜਾ ਉਰਦੂ 'ਚ ਅਸੀਂ ਆਖਦੇ ਹਾਂ, ਉਹਨੂੰ ਪੰਜਾਬੀ 'ਚ ਕੀ ਆਖਦੇ? ਹਾਂਜੀ, ਉਹਨੂੰ ਜਨਾਬ ਜੋ ਕਿ ਪ੍ਰਾਹੁਣਾ ਹੈ ਤੇ ਪ੍ਰਾਹੁਣੇ ਨਾਲ ਪ੍ਰਾਹੁਣਚਾਰ ਉਹਨੂੰ ਅਸੀਂ ਆਖਦੇ ਹਾਂ ਪ੍ਰਾਹੁਣਚਾਰੀ, ਯਾਨੀ ਮਹਿਮਾਨ ਨਵਾਜ਼ੀ ਜਿਹੜੀ ਹੈ ਪ੍ਰਾਹੁਣਚਾਰੀ, ਕਿ ਪ੍ਰਾਹੁਣੇ ਆਏ ਦੀ ਜਿਹੜੀ ਸੇਵਾ ਕਰਨੀ ਹੈ, ਉਹਦਾ ਖਾਣ ਪਕਾਣ ਜਾਂ ਉਹਦੀ ਜਿਹੜਾ ਆਦਰ ਇੱਜ਼ਤ ਕਰਨੀ ਹੈ, ਉਹਨੂੰ ਅਸੀਂ ਪ੍ਰਾਹੁਣਚਾਰੀ ਆਨੇ ਆ। ਤੇ ਜਿਹੜਾ ਪ੍ਰਾਹੁਣਚਾਰੀ ਕਰਨ ਵਾਲਾ ਬੰਦਾ ਹੁੰਦਾ ਹੈ ਉਹਨੂੰ ਪ੍ਰਾਹੁਣਚਾਰ ਆਖਦੇ ਆ। ਹਾਂਜੀ, ਜਿਹਨੂੰ ਮੇਜ਼ਬਾਨ ਤੁਸੀਂ ਆਂਦੇ ਹੋ। ਸ਼ਾਹ ਹੁਸੈਨ ਨੇ ਇਹਨੂੰ ਮਿੱਤਰਾਂ ਦੀ ਮਜਮਾਨੀ ਖਾਤਰ ਦਿਲ ਦਾ ਲਹੂ ਚਾਣੀ ਦਾ ਉਹਨਾਂ ਇਹ ਵੀ ਵਰਤਿਆ ਮਜਮਾਨੀ। ਹਾਂਜੀ, ਲੇਕਿਨ ਜ਼ਿਆਦਾ ਖੂਬਸੂਰਤ ਜਿਹੜਾ ਜ਼ਿਆਦਾ ਸੁੰਦਰ ਲਫ਼ਜ਼ ਹੈ ਪ੍ਰਾਹੁਣਚਾਰੀ। ਪ੍ਰਾਹੁਣਚਾਰੀ ਮਹਿਮਾਨ ਨਵਾਜ਼ੀ, ਔਰ ਪ੍ਰਾਹੁਣਚਾਰ ਜਿਹੜਾ ਉਹ ਮਤਲਬ ਉਹ ਉਹਦੀ ਖਿਦਮਤ ਸੇਵਾ ਕਰਨ ਵਾਲਾ, ਆਏ ਗਏ ਪ੍ਰਾਹੁਣੇ ਦੀ ਟਹਿਲ ਸੇਵਾ ਜਿਹੜਾ ਕਰਦਾ ਉਹਨੂੰ ਪ੍ਰਾਹੁਣਚਾਰ ਆਂਦੇ ਨੇ। ਲਓ ਜੀ ਸਾਹਿਬ ਜੀ, ਤੁਸਾਂ ਪੁੱਛਿਆ ਸੀ ਭਈ ਪੰਜਾਬੀ ਦੇ ਵਿੱਚ ਸਾਡੀ ਮਾਂ ਬੋਲੀ ਦੇ ਵਿੱਚ ਮੇਜ਼ਬਾਨ ਨੂੰ ਕੀ ਆਖਦੇ ਨੇ, ਤੇ ਬਾਬਾ ਜੀ ਹੋਰਾਂ ਬੜਾ ਹੀ ਸੋਹਣਾ ਦੱਸਿਆ ਵੀ ਪ੍ਰਾਹੁਣਚਾਰ ਤੇ ਮੇਜ਼ਬਾਨੀ ਕਿਸੇ ਦੀ ਕਰਨਾ ਯਾਨੀ ਪ੍ਰਾਹੁਣਚਾਰੀ ਕਰਨਾ। ਇਹ ਲਫ਼ਜ਼ ਮੈਨੂੰ ਵੀ ਅੱਜ ਹੀ ਪਤਾ ਲੱਗਾ ਹੈ। ਅਸਾਂ ਜਦੋਂ MA ਪੰਜਾਬੀ ਕੀਤਾ ਸੀ ਤੇ ਅਸਾਂ ਪੜ੍ਹੀ ਸੀ ਸ਼ਾਹ ਹੁਸੈਨ ਦੀ ਕਾਫੀ, ਉਹਦੇ ਵਿੱਚ ਉਹ ਇਹੋ ਹੀ ਫਰਮਾਉਂਦੇ ਨੇ ਭਈ ਮਿੱਤਰਾਂ ਦੀ ਮਜਮਾਨੀ ਖਾਤਰ ਦਿਲ ਦਾ ਲੋਹੂ ਛਾਨੀ ਦਾ, ਕੱਢ ਕਲੇਜਾ ਕੀ ਤਮ ਭੇਰੇ ਸੋਭੀ ਲਾਇਕ ਨਹੀਂ ਤੇਰੇ, ਹੋਰ ਤੌਫੀਕ ਨਹੀਂ ਕੁਝ ਮੇਰੇ ਪੀਓ ਕਟੋਰਾ ਪਾਣੀ ਦਾ। ਤੇ ਮਿੱਤਰਾਂ ਦੀ ਮਜਮਾਨੀ ਖਾਤਰ ਦਿਲ ਦਾ ਲੋਹੂ ਛਾਨੀ ਦਾ, ਯਾਨੀ ਆਏ ਗਏ ਮੁਹਤਰਮ ਸੱਜਣ ਪਿਆਰੇ ਦੋਸਤ ਦੀ ਮੇਜ਼ਬਾਨੀ ਵਾਸਤੇ। ਮੇਜ਼ਬਾਨੀ ਨੂੰ ਮਜਮਾਨੀ ਤੇ ਮੇਜ਼ਬਾਨ ਨੂੰ ਮਜਮਾਨ ਵੀ ਆਖਦੇ ਸਨ, ਲੇਕਿਨ ਇਹ ਚੂੰਕਿ ਪੁਰਾਣਾ ਲਫ਼ਜ਼ ਹੈ ਤੇ ਹੁਣ ਜਿਹੜਾ ਜਦੀਦ ਲਫ਼ਜ਼ ਬਾਬਾ ਜੀ ਦੱਸਿਆ ਇਹ ਉਹਦੇ ਨਾਲੋਂ ਵਾਕਈ ਜ਼ਿਆਦਾ ਪਿਆਰਾ ਪਿਆਰ ਲੱਗਦਾ ਹੈ। ਪਿਆਰਿਓ, ਤੁਹਾਡੇ ਅੱਜ ਦੇ ਜਿਹੜੇ ਕਮੈਂਟਸ ਸਨ, ਜਿਹੜੇ ਸਵਾਲਾਤ ਤੁਸਾਂ ਪੁੱਛੇ, ਜਿਹੜੇ ਤੁਸਾਂ ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਦੇ ਅਖਾਣ ਭਿਜਵਾਏ ਤੇ ਉਹਨਾਂ ਬਾਰੇ ਸਾਨੂੰ ਪੁੱਛਿਆ, ਉਹਨਾਂ ਦੇ ਮੁਤਾਲਬ ਸਾਡੇ ਤੋਂ ਪੁੱਛੇ, ਸੱਚੀ ਗੱਲ ਤੇ ਇਹ ਕਿ ਬੜਾ ਹੀ ਅੱਜ ਦਿਲ ਰਾਜ਼ੀ ਹੋਇਆ ਹੈ ਇਹ ਜਾਣ ਕੇ ਕਿ ਸਾਡੇ ਮਿੱਤਰ, ਸਾਡੇ ਵਿਊਅਰ, ਸਾਡੇ ਭੈਣਾਂ ਭਰਾ, ਸਾਡੇ ਦੇਸ਼ ਪੰਜਾਬ ਦੇ ਵਾਸੀ ਦੁਨੀਆ ਭਰ 'ਚ ਜਿੱਥੇ ਵੀ ਪਏ ਵਸਦੇ ਨੇ, ਅੱਲਾਹ ਪਾਕ ਉਹਨਾਂ ਨੂੰ ਆਪਣੀ ਹਿਫਜ਼ੋ ਮਾਨ 'ਚ ਰੱਖੇ। ਉਹ ਆਪਣੀ ਮਾਂ ਬੋਲੀ ਨਾਲ ਕਿੱਡਾ ਪਿਆਰ ਕਰਦੇ ਨੇ। ਇਹ ਜਿਹੜਾ ਤੁਸਾਂ ਰਿਸਪੌਂਸ ਦਿੱਤਾ, ਜਿਹੜੇ ਤੁਹਾਡੇ ਪਰਤਾਵੇ ਸਾਨੂੰ ਮੌਸੂਲ ਹੋਏ, ਇਹ ਇਸ ਗੱਲ ਦਾ ਸਬੂਤ ਨੇ
ਭਈ ਤੁਹਾਨੂੰ ਆਪਣੀ ਮਾਂ ਬੋਲੀ ਨਾਲ ਬੜਾ ਪਿਆਰ ਹੈ। ਮੇਰੇ ਛੋਟੇ ਭਾਈ ਮਰਹੂਮ ਪ੍ਰੋਫੈਸਰ ਜੁਨੇਦ ਅਕਰਮ ਹੋਰਾਂ ਇੱਕ ਸ਼ੇਰ ਲਿਖਿਆ ਸੀ, ਭਈ ਤੇਰੀ ਮਾਂ ਬੋਲੀ ਏ ਬੀਬਾ, ਕੱਖਾਂ ਵਾਂਗ ਨਾ ਰੋਲ ਪੰਜਾਬੀ, ਪੜ੍ਹ ਪੰਜਾਬੀ, ਲਿਖ ਪੰਜਾਬੀ, ਗੈਰਤਮੰਦਾ ਬੋਲ ਪੰਜਾਬੀ। ਤੇ ਤੁਹਾਡੇ ਕਮੈਂਟਸ ਵੇਖ ਕੇ, ਤੁਹਾਡੇ ਪਰਤਾਵੇ ਵੇਖ ਕੇ ਸੱਚੀ ਗੱਲ ਤੇ ਇਹ ਵੇ ਕਿ ਮੇਰਾ ਬੜਾ ਹੀ ਰੂਹ ਰਾਜ਼ੀ ਹੋਇਆ। ਇਨਸ਼ਾਅੱਲਾ ਆਪਣੇ ਅਗਲੇ ਵਿਲਾਗ ਦੇ ਵਿੱਚ ਹੋਰ ਪੰਜਾਬੀ ਦੇ ਬਹੁਤ ਸਾਰੇ ਅਖਾਣ ਤੇ ਤੁਹਾਡੇ ਸਵਾਲਾਤ ਦੇ ਜਵਾਬਾਤ ਲੈ ਕੇ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਹੁਣ ਦਿਓ ਸਾਨੂੰ ਇਜਾਜ਼ਤ। ਹਲਾ ਵੀ ਯਾਰ ਹਵਾਲੇ ਰੱਬ ਦੇ, ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ ਮੇਲੇ ਨੂੰ ਚਲੀਏ। ਓ ਚੱਲ